ਗੁੱਡ ਈਵਨਿੰਗ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਅੱਜ ਦੇ ਸੈਸ਼ਨ ਦੇ ਅੰਦਰ। ਮੈਂ ਬਲਵਿੰਦਰ ਸਰ ਤੇ ਅੱਜ ਆਪਾਂ ਡਿਸਕਸ ਕਰਾਂਗੇ ਬਈ ਆਪਣੀ ਪੋਲਿਟੀ ਦੀ ਐਮਸੀਕਿਊ ਸੀਰੀਜ਼ ਨੂੰ। ਪੋਲਿਟੀ ਦੀ ਐਮਸੀਕਿਊ ਸੀਰੀਜ਼ ਦੇ ਅੰਦਰ ਆਪਾਂ ਡਿਸਕਸ ਕਰ ਰਹੇ ਹਾਂ ਪ੍ਰੈਸੀਡੈਂਟ ਤੇ ਵਾਈਸ ਪ੍ਰੈਸੀਡੈਂਟ ਵਾਲਾ ਚੈਪਟਰ ਤੇ ਹੁਣ ਤੱਕ ਆਪਾਂ ਇਸ ਤੇ 40 ਕੁਐਸਚਨ ਡਿਸਕਸ ਕਰ ਚੁੱਕੇ ਹਾਂ। ਸੋ ਅੱਜ ਆਪਾਂ ਸਟਾਰਟ ਕਰ ਰਹੇ ਹਾਂ 41 ਕੁਐਸਚਨ ਤੋਂ। ਠੀਕ ਹੈ ਜੀ। ਸੋ ਚਲੋ, ਵੀਡੀਓਜ਼ ਥੋੜੀਆਂ ਘੱਟ ਆ ਰਹੀਆਂ ਨੇ ਆਪਣੀਆਂ, ਥੋੜਾ ਹੈਲਥ ਸੈੱਟ ਨਹੀਂ ਹੈਗਾ, ਇਸ ਕਰਕੇ ਥੋੜਾ ਜਿਹਾ ਦਿੱਕਤ ਹੋ ਰਹੀ ਹੈ। So as the 41st question ji, in which year did Dr. Sarvepalli Radhakrishnan assumed office as the Vice President of India? ਕਿਹੜੇ ਸਾਲ ਵਿੱਚ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਜੀ ਇੰਡੀਆ ਦੇ ਵਾਈਸ ਪ੍ਰੈਸੀਡੈਂਟ ਬਣੇ ਸੀਗੇ? ਇਹ ਬਈ ਇੰਡੀਆ ਦੇ ਪਹਿਲੇ ਵਾਈਸ ਪ੍ਰੈਸੀਡੈਂਟ ਸੀਗੇ। ਸੋ 52 ਵਿੱਚ ਹੀ ਬਣ ਗਏ ਸੀਗੇ ਬਈ। ਆਪਸ਼ਨ ਨੰਬਰ ਸੀ ਆਨਸਰ ਆ ਜਾਏਗਾ ਆਪਣਾ। 2024 ਐਸਐਸਸੀ ਦੇ ਅੰਦਰ ਪੁੱਛਿਆ ਗਿਆ ਕੁਐਸਚਨ ਹੈ। ਨੈਕਸਟ ਕੁਐਸਚਨ, The Vice President of India serves as the ex officio chairman of which legislative body? कि वाइस प्रेसिडेंट केड़ी बॉडी ਦਾ ex officio chairman ਵੀ ਹੁੰਦਾ ਏ? ਆਰਟੀਕਲ ਗੱਲ ਹੋ ਰਹੀ ਹੈ ਮਤਲਬ 64 ਦੀ, ਹੈ ਨਾ। ਸੋ ਬਈ ਜਿਹੜਾ ਬੰਦਾ ਵੀ ਵਾਈਸ ਪ੍ਰੈਸੀਡੈਂਟ ਬਣੇਗਾ ਉਹ ਆਟੋਮੈਟਿਕਲੀ ਬਣ ਜਾਏਗਾ ਚੇਅਰਮੈਨ ਆਫ ਰਾਜ ਸਭਾ। ਆਪਸ਼ਨ ਨੰਬਰ ਬੀ ਆਨਸਰ ਆ ਜਾਏਗਾ ਆਪਣਾ। ਐਸਐਸਸੀ ਜੀਡੀ 2024 ਦੇ ਅੰਦਰ ਪੁੱਛਿਆ ਗਿਆ ਇਹ ਕੁਐਸਚਨ ਹੈ। ਨੈਕਸਟ ਬਈ, A candidate seeking election as vice president is required to make a security deposit of। ਜਦੋਂ ਵੀ ਕੋਈ ਬੰਦਾ ਵਾਈਸ ਪ੍ਰੈਸੀਡੈਂਟ ਆਫ ਇੰਡੀਆ ਦੇ ਇਲੈਕਸ਼ਨ ਲੜਨਾ ਚਾਹੁੰਦਾ ਹੈ ਉਸ ਨੂੰ ਕਿੰਨਾ ਸਿਕਿਉਰਿਟੀ ਡਿਪੋਜ਼ਿਟ ਕਰਵਾਉਣਾ ਪੈਂਦਾ ਹੈ? 15,000 ਬਈ। ਪ੍ਰੈਸੀਡੈਂਟ ਦੇ ਟਾਈਮ ਤੇ ਵੀ 15,000 ਹੀ ਹੁੰਦਾ ਹੈ। ਆਪਸ਼ਨ ਨੰਬਰ ਡੀ ਆਨਸਰ ਆ ਜਾਏਗਾ ਬਈ। ਐਸਐਸਸੀ CHSL 2022 ਦੇ ਅੰਦਰ ਲਗਾ ਲਓ, 22 ਦੇ ਅੰਦਰ ਪੁੱਛਿਆ ਕੁਐਸਚਨ ਹੈ ਬਈ ਇਹ। ਨੈਕਸਟ, Who was the second vice president of India? ਦੂਜਾ ਵਾਈਸ ਪ੍ਰੈਸੀਡੈਂਟ ਆਫ ਇੰਡੀਆ ਕੌਣ ਸੀਗਾ? ਦੂਜਾ ਸੀਗਾ ਬਈ ਜ਼ਾਕਿਰ ਹੁਸੈਨ। ਪਹਿਲਾ ਕੌਣ ਸੀਗਾ ਬਈ? ਕਮੈਂਟ ਸੈਕਸ਼ਨ ਦੇ ਅੰਦਰ ਦੱਸਿਓ, ਹੁਣੇ ਕਰਕੇ ਹਟਿਆ ਵੈਸੇ ਆਪਾਂ। ਐਸਐਸਸੀ CGL 2023 ਦੇ ਅੰਦਰ ਪੁੱਛਿਆ ਗਿਆ ਕੁਐਸਚਨ ਹੈ ਬਈ ਇਹ। ਨੈਕਸਟ ਕੁਐਸਚਨ, ਡੈਸ਼ ਇਜ਼ ਨਾਟ ਪਾਰਟ ਆਫ ਦਾ ਯੂਨੀਅਨ ਐਗਜ਼ੀਕਿਊਟਿਵ। ਯੂਨੀਅਨ ਐਗਜ਼ੀਕਿਊਟਿਵ ਜਿਹੜੇ ਕਾਨੂੰਨਾਂ ਨੂੰ ਇੰਪਲੀਮੈਂਟ ਕਰ ਰਹੇ ਨੇ, ਲਾਜ਼ ਨੂੰ ਇੰਪਲੀਮੈਂਟ ਕਰ ਰਹੇ ਨੇ, ਉਹਨਾਂ ਨੂੰ ਕਹਿੰਦੇ ਆ ਐਗਜ਼ੀਕਿਊਟਿਵ। ਲੈਜਿਸਲੇਚਰ ਕਾਨੂੰਨ ਨੂੰ ਬਣਾ ਰਹੀ ਹੈ, ਜੁਡੀਸ਼ਰੀ ਕਾਨੂੰਨ ਜਿਹੜੇ ਬਣਾਏ ਗਏ ਨੇ ਜਾਂ ਫਿਰ ਜਿਹੜੇ ਲਾਗੂ ਹੋ ਰਹੇ ਨੇ ਉਹਨਾਂ ਦੀ ਕਨਸਟੀਟਿਊਸ਼ਨਲ ਵੈਲਿਡਿਟੀ ਨੂੰ ਚੈੱਕ ਕਰ ਰਹੀ ਹੈ ਬਈ ਜੁਡੀਸ਼ਰੀ। ਸੋ ਪ੍ਰਾਈਮ ਮਿਨਿਸਟਰ ਐਗਜ਼ੀਕਿਊਟਿਵ ਹੁੰਦਾ ਹੈ, ਕਾਉਂਸਲ ਆਫ ਮਿਨਿਸਟਰ ਆ ਗਈ, ਪ੍ਰੈਸੀਡੈਂਟ ਆਫ ਇੰਡੀਆ ਆ ਗਏ, ਅਟਾਰਨੀ ਜਨਰਲ ਵੀ ਆ ਜਾਣਗੇ। ਸੁਪਰੀਮ ਕੋਰਟ ਤਾਂ ਬਈ ਜੁਡੀਸ਼ਰੀ ਦਾ ਪਾਰਟ ਹੈ, ਐਗਜ਼ੀਕਿਊਟਿਵ ਦਾ ਪਾਰਟ ਨਹੀਂ ਹੈਗਾ। ਸੋ ਇਸਨੇ ਨਹੀਂ ਹੀ ਪੁੱਛਿਆ ਸੀਗਾ। ਆਪਸ਼ਨ ਨੰਬਰ ਡੀ ਆਨਸਰ ਹੈ। ਐਸਐਸਸੀ ਦੇ ਅੰਦਰ ਪੁੱਛਿਆ ਕੁਐਸਚਨ ਹੈ 2024 ਦੇ ਅੰਦਰ। ਸਿੰਪਲ ਜਿਹੇ ਕੁਐਸਚਨ ਆਉਂਦੇ ਨੇ। ਨੈਕਸਟ, The electoral college for electing the president of India does not include। रुक जाओ भाई, पेन ਨੂੰ ਕੀ ਹੋ ਗਿਆ? ਜਸਟ ਅ ਸੈਕਿੰਡ ਬੱਚਿਓ, ਬੈਕ ਆਓ। ਇਸ ਤੇ ਸੀ ਆਪਾਂ ਨੂੰ, ਹਾਂਜੀ। The electoral college for electing the president of India does not include which of the following। ਜਦੋਂ ਪ੍ਰੈਸੀਡੈਂਟ ਆਫ ਇੰਡੀਆ ਨੂੰ ਇਲੈਕਟ ਕਰਿਆ ਜਾਂਦਾ ਹੈ ਉਸ ਟਾਈਮ ਤੇ ਕੌਣ ਵੋਟਾਂ ਨਹੀਂ ਪਾਉਂਦਾ? ਨੋਟ ਲਿਖਿਆ ਹੋਇਆ ਬਈ ਇਸਨੇ, ਨੋਟ। ਸੋ ਬਈ ਪਹਿਲਾਂ ਹੀ ਆਲ ਇਲੈਕਟਡ ਮੈਂਬਰਸ ਆਫ ਰਾਜ ਸਭਾ ਇਹ ਵੋਟ ਕਰ ਸਕਦੇ ਨੇ। ਆਲ ਇਲੈਕਟਡ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼ ਆਫ ਸਟੇਟਸ MLA ਵੋਟ ਕਰ ਸਕਦੇ ਨੇ। ਆਲ ਮੈਂਬਰਸ ਆਫ ਲੈਜਿਸਲੇਟਿਵ ਕਾਉਂਸਲ ਆਫ ਸਟੇਟਸ ਰਾਜ ਸਭਾ ਦੇ ਸਾਰੇ ਮੈਂਬਰ ਥੋੜੀ ਨਾ ਵੋਟ ਕਰ ਸਕਦੇ ਨੇ ਬਈ। ਸਿਰਫ ਇਲੈਕਟਡ ਮੈਂਬਰ ਵੋਟ ਕਰਨਗੇ, ਨੋਮੀਨੇਟਡ ਮੈਂਬਰ ਵੋਟ ਨਹੀਂ ਕਰਨਗੇ। ਆਪਸ਼ਨ ਨੰਬਰ ਤੀਜਾ ਗਲਤ ਹੈ ਬਈ। ਸੋ ਆਪਸ਼ਨ ਨੰਬਰ ਤੀਜਾ ਗਲਤ ਹੈ, ਮਤਲਬ ਆਨਸਰ ਆ ਗਿਆ ਸੀ, ਹੈ ਨਾ। ਸੀ ਆਨਸਰ ਆ ਗਿਆ ਆਪਣਾ। ਜਸਟ ਅ ਸੈਕਿੰਡ, ਕੀ ਹੋ ਗਿਆ ਬਈ ਇਹਨੂੰ ਅੱਜ? CAPF 2021 ਦੇ ਅੰਦਰ ਪੁੱਛਿਆ ਗਿਆ ਬਈ ਇਹ ਕੁਐਸਚਨ ਸੀਗਾ। ਠੀਕ ਹੈ, ਯਾਦ ਰੱਖਿਓ। ਚਲੋ ਅੱਗੇ, ਵਿਚ one of the following powers has not been conferred on the president of India। ਕਿਹੜੀ ਪਾਵਰ ਨਹੀਂ ਬਈ ਪ੍ਰੈਸੀਡੈਂਟ ਆਫ ਇੰਡੀਆ ਕੋਲੇ, ਕਿਹੜੀ ਨਹੀਂ ਹੈਗੀ? ਨੋਟ। ਅਪਾਇੰਟ ਕਰਦੇ ਨੇ ਪ੍ਰੈਸੀਡੈਂਟ ਆਫ ਇੰਡੀਆ PM ਨੂੰ, ਠੀਕ ਹੈ ਜੀ। ਟੂ ਡਿਸਾਈਡ ਐਟ ਹਿਜ਼ ਔਰ ਹਰ ਡਿਸਕ੍ਰਿਸ਼ਨ ਐਨੀ ਕੁਐਸਚਨ ਰਿਗਾਰਡਿੰਗ ਡਿਸਕੁਆਲੀਫਿਕੇਸ਼ਨ ਆਫ ਅ ਮੈਂਬਰ ਆਫ ਦਾ ਪਾਰਲੀਮੈਂਟ। ਆਪਣੀ ਡਿਸਕ੍ਰਿਸ਼ਨ ਤੇ ਨਹੀਂ ਹੁੰਦਾ ਬਈ, ਆਪਣੇ ਡਿਸਕ੍ਰਿਸ਼ਨ ਤੇ ਨਹੀਂ ਜਿਹੜਾ ਹੈਗਾ ਉਹ ਡਿਸਕੁਆਲੀਫਾਈ ਕਰਦਾ। ਕੁਝ ਟਰਮਾਂ ਦੱਸੀਆਂ ਗਈਆਂ ਨੇ ਬਈ, ਉਹਨਾਂ ਟਰਮਾਂ ਦੇ ਅਨੁਸਾਰ ਹੀ ਕਰ ਸਕਦਾ ਹੈ ਨਾ। ਆਪਾਂ ਪੜ੍ਹਿਆ ਆਰਟੀਕਲ 102। ਸੋ ਇਹ ਬੀ ਵਾਲਾ ਆਪਸ਼ਨ ਗਲਤ ਹੈ। ਸੀ ਦੇਖੀਏ, ਟੂ ਗ੍ਰਾਂਟ ਪਾਰਡਨ ਟੂ ਅ ਪਰਸਨ ਹੂ ਹੈਜ਼ ਬੀਨ ਪਨਿਸ਼ਡ ਬਾਈ ਅ ਮਿਲਟਰੀ ਕੋਰਟ ਲਿਖ ਲਓ ਇੱਥੇ, ਆਈ ਥਿੰਕ ਉਹ ਥੋੜਾ ਮਿਸ ਹੈ। ਸੋ ਮਿਲਟਰੀ ਕੋਰਟ ਆ ਜਾਏਗਾ ਬਈ ਇੱਥੇ, ਕੋਰਟ, ਇਹ ਵੀ ਠੀਕ ਹੈ। ਟੂ ਰਿਮੂਵ ਹਾਈ ਕੋਰਟ ਵੀ ਠੀਕ ਹੈ ਬਈ। ਸੋ ਬੀ ਡਿਸਕ੍ਰਿਸ਼ਨ ਵਰਡ ਲਿਖਤਾ ਨਾ ਬੱਚੋ, ਇਸ ਕਰਕੇ ਇਹ ਆਪਸ਼ਨ ਗਲਤ ਹੈ। ਗਲਤੀ ਇਹਨੇ ਪੁੱਛਿਆ ਸੀਗਾ। CAPF 2021 ਦੇ ਅੰਦਰ ਪੁੱਛਿਆ ਗਿਆ ਇਹ ਕੁਐਸਚਨ ਹੈ।
चलो जी अगे। Who among the following presidents of India sent back the Post Office Amendment Bill 1986 for the reconciliation of the Parliament? ਕਿਹੜੇ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਪੋਸਟ ਆਫਿਸ ਅਮੈਂਡਮੈਂਟ ਬਿੱਲ 1986 ਨੂੰ ਪਾਰਲੀਮੈਂਟ ਨੂੰ ਵਾਪਿਸ ਭੇਜਤਾ ਸੀਗਾ ਰੀਕਨਸਾਈਡਰ ਕਰਨ ਦੇ ਲਈ, ਰੀਚੈਕ ਕਰਨ ਦੇ ਲਈ? ਆਨਸਰ ਆ ਜਾਏਗਾ ਬਈ ਗਿਆਨੀ ਜੈਲ ਸਿੰਘ ਨੇ, ਆਪਸ਼ਨ ਨੰਬਰ ਸੀ। CAPF 2024 ਦੇ ਅੰਦਰ ਪੁੱਛਿਆ ਗਿਆ ਇਹ ਕੁਐਸਚਨ ਹੈ। ਚਲੋ ਜੀ ਅੱਗੇ। Which one of the following statements about the Vice President of India is not correct? सही नहीं है भाई। He is not eligible for re-election। eligible है भाई वाइस प्रेसिडेंट, एक बार वाइस प्रेसिडेंट बनने तो बाद दोबारा भी वाइस प्रेसिडेंट बन सकता है। पहली ही गलत है, मतलब यही अपना ये गलत है, इसने गलती पूछी सी भाई, यही अपना आंसर आ जाएगा। CDS 2021 के अंदर पूछा गया क्वेश्चन सीगा भाई ये। चलो आगे। According to the Constitution of India, which one of the following statements is not correct? Not by executive power of the union shall be vested in the president of India। ठीक है भाई, executive head ਹੁੰਦਾ है इंडिया ਦਾ, 52 आर्टिकल कह रहा है। Parliament by law can confer function on authorities other than the president of India। ਹੋਰਾਂ ਨੂੰ ਵੀ ਫੰਕਸ਼ਨ ਦਿੱਤੇ ਜਾ ਸਕਦੇ ਨੇ ਪ੍ਰੈਜ਼ੀਡੈਂਟ ਤੋਂ ਇਲਾਵਾ, ਇਹ ਪਾਵਰ ਹੈ ਪਾਰਲੀਮੈਂਟ ਕੋਲੇ। ਠੀਕ ਹੈ ਭਾਈ ਇਹ ਵੀ। The President of India is elected by an electoral college consisting of all members of parliament and all members of all legislatures। ਜਿਹੜੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਇਲੈਕਸ਼ਨ ਹੁੰਦੇ ਨੇ ਉਸ ਦੇ ਵਿੱਚ ਸਾਰੇ ਮੈਂਬਰ ਪਾਰਲੀਮੈਂਟ ਦੇ ਵੋਟ ਕਰ ਸਕਦੇ ਨੇ, ਸਾਰੇ ਮੈਂਬਰ ਸਟੇਟ ਲੈਜਿਸਲੇਚਰ ਜਿਹੜੇ ਹੁੰਦੇ ਨੇ ਬਈ MLA ਹੁੰਦੇ ਨੇ ਉਹ ਵੀ ਵੋਟ ਕਰ ਸਕਦੇ ਨੇ। ਬਈ ਗਲਤ ਹੈ, ਹੁਣੀ ਪੜ੍ਹ ਕੇ ਆਏ ਹਾਂ, ਨੋਮੀਨੇਟਡ ਮੈਂਬਰ ਵੋਟ ਨਹੀਂ ਕਰ ਸਕਦੇ। ਜੇ ਇਹ ਗਲਤ ਹੈ, ਇਸਨੇ ਗਲਤੀ ਪੁੱਛਿਆ, मतलब ਆਪਣਾ ਆਂਸਰ ਆਪਸ਼ਨ ਨੰਬਰ C ਆ ਗਿਆ ਬਾਈ, CDS 2022। Next question. Who among the following is given discretionary powers under the 5th schedule of the Constitution of India to set up a tribes advisory council in a state which has scheduled tribes but not scheduled areas? कि भाई किसके कोल डिस्क्रिशनरी पावर है 5वें schedule ਦੇ ਅੰਦਰ कि ਉਹ ट्राइबल एडवाइजरी काउंसल ਜਿਹੜੀ ट्राइबल ਦੇ ਬਾਰੇ ਐਡਵਾਈਸ ਕਰੇਗੀ, ਐਸੀ ਕਾਉਂਸਲ ਨੂੰ ਐਸਟੈਬਲਿਸ਼ ਕਰ ਸਕਦਾ ਹੈ ਸਟੇਟ ਦੇ ਅੰਦਰ जिथे शेड्यूल एरिया नहीं है बट उत्थे शेड्यूल ट्राइब कोई रह रही है भाई। सो भाई ये पावर एक के बंदे को है, वो है प्रेसिडेंट ऑफ इंडिया। CDS 2023 करे आप क्वेश्चन पहला ही। चलो आगे। विच वन ऑफ द फॉलोइंग स्टेटमेंट्स अबाउट द इलेक्शन ऑफ द प्रेसिडेंट ऑफ इंडिया इज नॉट करेक्ट? प्रेसिडेंट के इलेक्शन के बारे केड़ी स्टेटमेंट ठीक नहीं है? A union minister shall not be eligible for election as the president। यूनियन मिनिस्टर भाई प्रेसिडेंट बन सकता है, कोई दिक्कत नहीं हैगी। जो बन जाएगा उसनों अपनी जी पोस्ट है एज अ यूनियन मिनिस्टर वो छड्डनी पवेगी भाई। CDS 2023 के अंदर पूछेगा क्वेश्चन है। सो पहली स्टेटमेंट गलत है, पहली ही इसने पूछी है, गलत केड़ी है? सो पहली ही गलत है भाई। चलो अगे। The president of India may resign from his or her office by writing under his or her hand to whom the following is और हर रेजिग्नेशन एड्रेस टू। सिंपल जी गल ये पूछ रहा है भाई प्रेसिडेंट अपना रेजिग्नेशन किस नूं देवेगा? वाइस प्रेसिडेंट ऑफ इंडिया नूं। ऑप्शन नंबर C आंसर आ जाएगा। CBI 2023 के अंदर पूछा गया ये क्वेश्चन है। चलो भाई अगे। Who among the following served as the president of India for the shortest period of time? ਕਿਹੜਾ ਬੰਦਾ ਇੰਡੀਆ ਦਾ ਪ੍ਰੈਜ਼ੀਡੈਂਟ ਬਣਿਆ ਸੀਗਾ ਸਭ ਤੋਂ ਘੱਟ ਟਾਈਮ ਦੇ ਲਈ? ਜ਼ਾਕਿਰ ਹੁਸੈਨ ਜੀ। ऑप्शन नंबर D आंसर आ जाएगा भाई, CBI 2023। नेक्स्ट। The Vice President of India shall be elected by the electoral college consisting of the members of। कि वाइस प्रेसिडेंट ऑफ इंडिया ਨੂੰ ਕੌਣ ਇਲੈਕਟ ਕਰਦਾ ਹੈ? ਜਦੋਂ ਇਲੈਕਟ ਹੁੰਦੇ ਨੇ ਕੌਣ ਵੋਟਾਂ ਕਰਦਾ ਹੈ? ਪਾਰਲੀਮੈਂਟ ਬਾਈ, ਦੋਨੋਂ ਹਾਊਸ ਪਾਰਲੀਮੈਂਟ ਦੇ, ਬੋਥ ਹਾਊਸ ਆਫ ਪਾਰਲੀਮੈਂਟ, ਲੋਕ ਸਭਾ ਤੇ ਰਾਜ ਸਭਾ। ਆਪਸ਼ਨ ਨੰਬਰ C ਆਨਸਰ ਆ ਗਿਆ, CISF 2021 ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ। CISF ਦੀ ਫੁੱਲ ਫਾਰਮ ਬੱਚੋ। ਚਲੋ ਅੱਗੇ। ਖੈਰ। Who among us the following has not occupied the office of both president and the vice president of India? ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਹੜਾ ਬੰਦਾ ਨਾ ਤਾਂ ਕਦੇ ਇੰਡੀਆ ਦਾ ਪ੍ਰੈਜ਼ੀਡੈਂਟ ਬਣਿਆ ਨਾ ਹੀ ਵਾਈਸ ਪ੍ਰੈਜ਼ੀਡੈਂਟ ਬਣਿਆ? ਇਹ ਪੁੱਛਿਆ ਗਿਆ ਹੈ। ਸੋ ਬਈ ਆਨਸਰ ਆ ਜਾਏਗਾ, ਇੱਥੇ ਗੜਬੜ ਹੈ ਬਈ ਸ਼ਾਇਦ, ਆਈ ਥਿੰਕ नॉट ऑक्यूपाइड आ रहा है ना भाई। चलो मैं देखता भाई इस बीच थोड़ी जी गड़बड़ हो रही है आई थिंक, जिस तक मैनू लग रहा है ना मैं इस क्वेश्चन चेक करांगा भाई। चलो अगे। Which of the following statements regarding the president of India is are correct? केड़ी स्टेटमेंट ठीक है भाई?
The President of India is elected by an electoral college in accordance with the system of proportional representation by means of single transferable vote. ਕਿ ਕੋਈ ਬੰਦਾ ਜਦੋਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੁੰਦੇ ਨੇ ਇੱਕ ਵੋਟ ਪਾ ਸਕਦਾ ਹੈ ਬਟ ਉਹ ਆਪਣੇ ਪ੍ਰੈਫਰੈਂਸ ਦੇ ਸਕਦਾ ਹੈ ABC। ਠੀਕ ਹੈ ਸਟੇਟਮੈਂਟ ਬਈ ਹੈ। The elected members of legislative assemblies of the UT of Delhi and Puducherry take part in the election of the President of India। 70th amendment ਹੋਈ ਸੀਗੀ ਬਈ ਆਈ ਥਿੰਕ ਉਸ ਦੇ ਹਿਸਾਬ ਨਾਲ ਇਹਨਾਂ ਦੋਨੋਂ ਯੂਟੀਆਂ ਨੂੰ ਵੀ ਇਨਕਲੂਡ ਕਰਿਆ ਗਿਆ ਸੀਗਾ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ 70ਵੀਂ ਹੀ ਸੀਗੀ ਆਈ ਥਿੰਕ ਹੈ ਨਾ। ਸੋ ਆਨਸਰ ਆ ਜਾਏਗਾ ਬਈ ਆਪਸ਼ਨ ਨੰਬਰ ਸੀ। ਦੋਨੋਂ ਸਟੇਟਮੈਂਟਾਂ ਠੀਕ ਨੇ। ਜੀਓ ਸਾਇੰਟਿਸਟ 2023 ਦੇ ਅੰਦਰ ਪੁੱਛਿਆ ਗਿਆ ਇਹ ਕੁਐਸਚਨ ਸੀਗਾ। ਚਲੋ ਅੱਗੇ ਕੁਝ ਹੋਰ ਸਟੇਟਮੈਂਟਾਂ ਬਈ। ਹਾਊ ਮੈਨੀ ਆਫ ਦ ਅਬਵ ਸਟੇਟਮੈਂਟਸ ਆਰ ਕਰੈਕਟ। ਕਿਹੜੀਆਂ ਸੋਰੀਆਂ ਇਹ ਨਹੀਂ ਪੁੱਛੀ ਕਿਹੜੀ ਸਟੇਟਮੈਂਟ ਠੀਕ ਹੈ, ਪੁੱਛਿਆ ਕਿੰਨੀਆਂ ਸਟੇਟਮੈਂਟਾਂ ਠੀਕ ਨੇ। ਤੋ ਦੇਖਦੇ ਹਾਂ। If the election of the President of India is declared void by the Supreme Court of India, all acts done by him or her in the performance of duties of his or her office of President before the date of decision become invalid। ਨਹੀਂ ਭਾਈ ਜਿਹੜੇ ਉਸਨੇ ਪਹਿਲਾਂ ਕੰਮ ਕਰੇ ਨੇ ਆਪਣੇ ਆਫਿਸ ਦੇ ਅੰਦਰ ਬੈਠ ਕੇ ਉਹ ਇਨਵੈਲਿਡ ਨਹੀਂ ਹੋਣਗੇ ਭਾਈ, ਉਹ ਚੱਲਦੇ ਰਹਿਣਗੇ। ਹਾਂ ਹੁਣ ਉਸ ਦਾ ਇਲੈਕਸ਼ਨ ਨਲ ਡਿਕਲੇਅਰ ਕਰਤਾ ਸੋ ਹੁਣ ਉਹ ਪ੍ਰੈਜ਼ੀਡੈਂਟ ਨਹੀਂ ਰਹੇਗਾ। ਠੀਕ ਹੈ ਇਹ ਸਟੇਟਮੈਂਟ ਦਾ ਰੋਂਗ ਹੈ ਭਾਈ। ਇਹਨੇ ਠੀਕ ਪੁੱਛੀ ਹੈ ਨਾ। ਹਾਂ ਇਹ ਗਲਤ ਹੈ ਭਾਈ। Election for the post of President of India can be postponed on the grounds that some legislative assemblies have been dissolved and election are yet to take। ਨਹੀਂ ਭਾਈ ਇਸ ਦੇ ਨਾਮ ਤੇ ਆਪਾਂ ਇਲੈਕਸ਼ਨ ਨੂੰ ਪੋਸਟਪੋਨ ਨਹੀਂ ਕਰ ਸਕਦੇ। When a bill is presented to the President of India, the Constitution prescribes time limits within which he or she has to declare his or her assent। ਭਾਈ ਕਿੰਨੇ ਟਾਈਮ ਤੇ ਬਿੱਲ ਉੱਤੇ ਸਾਈਨ ਕਰਦੇ ਨੇ ਇਹ ਕਨਸਟੀਟਿਊਸ਼ਨ ਦੇ ਅੰਦਰ ਕਿਤੇ ਵੀ ਲਿਖਿਆ ਹੀ ਨਹੀਂ ਗਿਆ। ਕਿੰਨੀਆਂ ਸਟੇਟਮੈਂਟਾਂ ਠੀਕ ਨੇ ਇੱਕ ਵੀ ਨਹੀਂ ਹੈਗੀ ਵੀ ਆਪਸ਼ਨ ਨੰਬਰ ਡੀ ਆਨਸਰ ਆ ਗਿਆ। IAS 2023 ਦੇ ਅੰਦਰ ਪੁੱਛਿਆ ਗਿਆ ਕੁਐਸਚਨ ਸੀਗਾ ਇਹ। ਚਲੋ ਅੱਗੇ ਫੋਲੋਇੰਗ ਸਟੇਟਮੈਂਟ ਹਾਊ ਮੈਨੀ ਆਫ ਦ ਅਬਵ ਸਟੇਟਮੈਂਟਸ ਆਰ ਕਰੈਕਟ। ਕਿੰਨੀਆਂ ਸਟੇਟਮੈਂਟਾਂ ਠੀਕ ਨੇ ਬਈ ਦੇਖਦੇ ਹਾਂ। ਦ ਪ੍ਰੈਜ਼ੀਡੈਂਟ ਆਫ ਇੰਡੀਆ ਮੇ ਸਪੈਸੀਫਾਈ ਅ ਰੇਸ ਟੂ ਬੀ ਟ੍ਰੀਟਡ ਅੰਡਰ ਦ ਸ਼ਡਿਊਲ ਕਾਸਟ ਕੈਟੇਗਰੀ ਫॉर all purposes ਅੰਡਰ ਦ ਕਨਸਟੀਟਿਊਸ਼ਨ ਆਫ ਇੰਡੀਆ। ਕਿਸੇ ਵੀ ਰੇਸ ਨੂੰ ਕਿਸੇ ਇੱਕ ਸਪੈਸੀਫਿਕ ਜਿੱਦਾਂ ਕਿ ਆਪਾਂ ਕਹਿੰਦੇ ਹਾਂ ਬਲੈਕ ਲੋਕ ਨੇ ਹੈ ਨਾ ਵਾਈਟ ਪੀਪਲ ਨੇ ਇੱਦਾਂ ਸੋ ਇਸ ਨੂੰ ਬਈ ਪ੍ਰੈਜ਼ੀਡੈਂਟ ਆਫ ਇੰਡੀਆ ਸਪੈਸੀਫਾਈ ਕਰ ਸਕਦੇ ਨੇ ਕਿ ਕਿਹੜੇ ਲੋਕ ਇਹ ਹੋਣਗੇ ਬਈ। ਠੀਕ ਹੈ ਇਹ ਪ੍ਰੈਜ਼ੀਡੈਂਟ ਆਫ ਇੰਡੀਆ ਦੱਸ ਸਕਦੇ ਨੇ ਬਈ। ਠੀਕ ਹੈ ਸਟੇਟਮੈਂਟ ਪਹਿਲੀ ਠੀਕ ਹੈ ਬਈ। ਦ ਪ੍ਰੈਜ਼ੀਡੈਂਟ ਆਫ ਇੰਡੀਆ ਮੇ ਸਪੈਸੀਫਾਈ ਅ ਟ੍ਰਾਈਬ ਟੂ ਬੀ ਟ੍ਰੀਟਡ ਅੰਡਰ ਦ ਸ਼ਡਿਊਲ ਕਾਸਟ ਕੈਟੇਗਰੀ ਫॉर all purposes। ਇਹ ਵੀ ਬਈ ਪ੍ਰੈਜ਼ੀਡੈਂਟ ਦੱਸ ਸਕਦੇ ਨੇ ਉਹਨਾਂ ਕੋਲ ਪਾਵਰ ਹੈ। ਪਾਰਲੀਮੈਂਟ ਬਾਈ ਲਾ ਕੈਨ ਇਨਕਲੂਡ ਅ ਕਾਸਟ ਔਰ ਟ੍ਰਾਈਬ ਇਨ ਦ ਲਿਸਟ ਆਫ ਸ਼ਡਿਊਲ ਕਾਸਟ। पार्लियामेंट को पावर है भाई कोई दिक्कत नहीं। हाउ मैनी ऑफ स्टेटमेंट्स आर करेक्ट इन ने भाई ऑप्शन नंबर सी आंसर आ गया जी साइंटिस्ट 2024। नेक्स्ट एज पर द कॉन्स्टिट्यूशन ऑफ इंडिया विच वन अमंग द फॉलोइंग स्टेटमेंट इज करेक्ट। करी स्टेटमेंट करेक्ट है भाई। चलो पढ़ लेने पहला भी भाई वैसे डी है। चलो द कंट्रोलर एंड ऑडिटर जनरल ऑफ इंडिया इज अपॉइंटेड बाय द प्रेसिडेंट ऑफ इंडिया एंड रिमेन्स इन ऑफिस ड्यूरिंग द प्लेजर ऑफ द प्रेसिडेंट ऑफ इंडिया। कैग ਨੂੰ ਅਪॉइंट ਕਰ ਰਹੇ ਨੇ ਪ੍ਰੈਜ਼ੀਡੈਂਟ ਪਲੇਜਰ ਤੇ ਨਹੀਂ ਹੁੰਦਾ ਬਈ ਇਹ ਆਫਿਸ ਬਹੁਤ ਹੀ ਇੰਡੀਪੈਂਡੈਂਟ ਹੈ ਬਈ ਪ੍ਰੈਜ਼ੀਡੈਂਟ ਦੇ ਪਲੇਜਰ ਤੇ ਡਿਪੈਂਡ ਨਹੀਂ ਕਰਦਾ। 6 years I think or 65 years of age whichever is earlier। Administrative expenses of the office of the CAG are charged upon the contingency consolidated ਆਂਦਾ ਬਈ ਇੱਥੇ। C the reports of the CAG relating to the accounts of the union and states are submitted to the president। state नहीं आ सकता भाई गवर्नर आवेगा ਇੱਥੇ ਇਹ भी गलत है। ਇਹਨੇ ठीक पूछी है ना एक ही रह गई। The president of India shall cause the reports of the CAG relating to the accounts of the union to be laid before the each house of parliament। ये ठीक है भाई ये साइंटिस्ट 2024 21 स्टेटमेंट डी ठीक है भाई बाकी गलत ने। लास्ट क्वेश्चन इज कंसिडर द फॉलोइंग स्टेटमेंट्स इन रिस्पेक्ट ऑफ इलेक्शन टू द प्रेसिडेंट ऑफ इंडिया। कुछ स्टेटमेंट regarding the election of the president of India। How many of the above statements are correct। कितनी स्टेटमेंट ठीक ने भाई। पहला the members nominated to either house of parliament or the legislative assemblies of the states are also eligible to be included in the electoral college। nominated member ही वोट करनगे president of India election ਦੇ ਵਿੱਚ गलत है। higher the number of elective assembly seats higher is the value of vote of each MLA of that state। ਜੇ 60 ਸੀਟਾਂ ਹੋਣਗੀਆਂ मतलब जिन्नियां ज़्यादा सीटां होणगियां उन्नी ही ज़्यादा MLA की वैल्यू बढ़ती जाएगी वोट की। नहीं भाई पॉपुलेशन पर डिपेंड करता है। द वैल्यू ऑफ द वोट ऑफ ईच MLA ऑफ MP इज ग्रेटर दैन दैट ऑफ केरला। गलत है। केरला की ज़्यादा है भाई MP की पॉपुलेशन ज़्यादा है एज कंपेयर टू केरला। जिन्नी पॉपुलेशन घट होगी है ना उन्नी वैल्यू बढ़ती जाएगी भाई।
The value of the vote of each MLA of Puducherry is higher than that of Arunachal Pradesh because the ratio of total population to total number of elective seats in Puducherry is greater as compared to Arunachal Pradesh. ये ठीक है भाई. Ratio of total population to total population to total number of seats is greater है, ज़्यादा है भाई इसका. ठीक है भाई, ठीक है. फोर्थ स्टेटमेंट ठीक है भाई. आंसर आ गया. एक स्टेटमेंट ठीक है अपनी सिर्फ ए ओनली वन. IAS 2023 ਦੇ ਅੰਦਰ ਪੁੱਛਿਆ ਕੁਐਸਚਨ ਹੈ ਭਾਈ ਇਹ. ਸੋ ਭਾਈ ਇਹ ਸੀਗੇ ਆਪਣੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਵਾਲੇ ਟੌਪਿਕ ਦੇ ਕੁਐਸਚਨਸ. ਇਹ ਚੈਪਟਰ ਆਪਣਾ ਕੰਪਲੀਟ ਹੋ ਗਿਆ. ਟੋਟਲ ਕੁਐਸਚਨ ਇਸ ਤੇ ਆਪਾਂ ਕਰੇ ਆ 61. ਅੱਜ ਦੀ ਵੀਡੀਓ ਦੇ ਅੰਦਰ ਆਪਾਂ ਕਰੇ ਆ 21. ਬਾਕੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਪੁਰਾਣੀਆਂ ਵੀਡੀਓਜ਼ ਦੇ ਅੰਦਰ. ਠੀਕ ਹੈ. ਆਈ ਹੋਪ ਤੁਹਾਨੂੰ ਸਾਰੇ ਹੀ ਕੁਐਸਚਨ ਸਮਝ ਆਏ ਹੋਣੇ ਆ. ਫਿਰ ਵੀ ਕੋਈ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਅੰਦਰ ਮੈਨੂੰ ਪੁੱਛ ਸਕਦੇ ਹੋ, ਫਿਰ ਆਪਾਂ ਉਸ ਨੂੰ ਸੋਲਵ ਕਰ ਦਾਂਗੇ. ਠੀਕ ਹੈ ਜੀ. ਸੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ. ਉਸ ਟਾਈਮ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ.